ਸਾਥੀਓ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਾਡਾ ਮੁੱਖ ਮੰਤਵ ਵਿਆਕਰਨ ਦੇ ਛੋਟੇ ਛੋਟੇ ਭਾਗਾਂ ਦੇ ਵਿੱਚ ਵਿਆਕਰਨ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ। ਵਿਆਕਰਨ ਦੇ ਹਰ ਹਿੱਸੇ ਨੂੰ ਤੁਹਾਡੇ ਤੱਕ ਦੱਸਣਾ ਹੈ, ਕਿਉਂਕਿ ਵਿਆਕਰਨ ਹੀ ਇੱਕ ਅਜਿਹਾ ਸਾਧਨ ਹੈ ਜਿਸ ਦੇ ਦੁਆਰਾ ਅਸੀਂ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਅਤੇ ਸ਼ੁੱਧ ਰੂਪ ਵਿੱਚ ਬੋਲਣਾ ਸਿੱਖਦੇ ਹਾਂ। ਸੋ ਵਿਆਕਰਨ ਇੱਕ ਅਜਿਹਾ ਪਾਠ ਹੈ ਭਾਸ਼ਾ ਨੂੰ ਸਿੱਖਣ ਦੇ ਵਿੱਚ, ਜਿਸ ਦੇ ਰਾਹੀਂ ਕਿਸੇ ਵੀ ਲੈਂਗੁਏਜ ਦੀ ਭਾਸ਼ਾ ਹੈ ਉਹ ਵਿਆਕਰਨ ਦੇ ਰਾਹੀਂ ਸਿੱਖੀ ਜਾ ਸਕਦੀ ਹੈ। ਚਾਹੇ ਉਹ ਭਾਸ਼ਾ ਇੰਗਲਿਸ਼ ਹੈ, ਚਾਹੇ ਉਹ ਹਿੰਦੀ ਹੈ, ਚਾਹੇ ਉਹ ਪੰਜਾਬੀ ਹੈ, ਹਰ ਇੱਕ ਭਾਸ਼ਾ ਦੀ ਆਪਣੀ ਆਪਣੀ ਵਿਆਕਰਨ ਹੁੰਦੀ ਹੈ। ਆਪਾਂ ਅੱਜ ਦਾ ਜਿਹੜਾ ਸਾਡਾ ਆਪਣਾ ਟੌਪਿਕ ਹੈ, ਜਿਹੜਾ ਵਿਸ਼ਾ ਹੈ, ਉਹ ਮੈਂ ਤੁਹਾਡੇ ਨਾਲ ਬਿਸਮਿਕ ਵਿਸ਼ੇ ਬਾਰੇ ਗੱਲ ਕਰਾਂਗਾ। ਬਿਸਮਿਕ ਨੂੰ ਇੰਗਲਿਸ਼ ਦੇ ਵਿੱਚ ਇੰਟਰਜੈਕਸ਼ਨ ਕਹਿ ਦਿੰਦੇ ਨੇ। ਤੁਸੀਂ ਆਮ ਤੌਰ 'ਤੇ ਦੇਖਿਆ ਹੋਵੇਗਾ ਕਿ ਬਿਸਮਿਕ ਚਿੰਨ੍ਹ ਤੁਸੀਂ ਦੇਖੋਗੇ ਕਿ ਜਿਹੜਾ ਬਿਸਮਿਕ ਚਿੰਨ੍ਹ ਇਸ ਪ੍ਰਕਾਰ ਦਾ ਚਿੰਨ੍ਹ ਹੁੰਦਾ ਹੈ। ਉੱਤੋਂ ਗੋਲਾਈ 'ਚ ਨੀਚੋਂ ਤਿਕੋਣ ਜੀ ਬਣ ਜਾਂਦੀ ਹੈ ਅਤੇ ਨੀਚੇ ਬਿੰਦੀ। ਭਾਵ ਇਹ ਚਿੰਨ੍ਹ ਉਦੋਂ ਵਰਤਿਆ ਜਾਂਦਾ ਹੈ। ਬਿਸਮਿਕ ਦੀ ਪਰਿਭਾਸ਼ਾ ਇਹ ਹੈਗੀ ਕਿ ਜਦੋਂ ਸਾਨੂੰ ਅਚਾਨਕ ਕੋਈ ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ ਅਚਾਨਕ ਇਹ ਜਿਹੜਾ ਬਿਸਮਿਕ ਹੈ, ਇਹ ਅਚਾਨਕ ਬਿਨਾਂ ਸੋਚੇ ਸਮਝੇ, ਅਸੀਂ ਸੋਚਿਆ ਵੀ ਨਹੀਂ ਹੁੰਦਾ ਕਿ ਸਾਡੇ ਨਾਲ ਕੋਈ ਘਟਨਾ ਵਾਪਰ ਜੇ, ਅਸੀਂ ਇੱਕਦਮ ਹੈਰਾਨ ਹੋ ਜਾਂਦੇ ਹਾਂ ਜਦੋਂ ਜਿਵੇਂ ਓਏ, ਵਾਹ ਵਾਹ, ਹਾਏ, ਉਫ, ਓਏ ਮੁੰਡਿਆ, ਇੱਦਾਂ ਦੇ ਜਿਹੜੇ ਜਦੋਂ ਅਚਾਨਕ ਮੂੰਹ ਦੇ ਵਿੱਚੋਂ ਗੱਲ ਨਿਕਲਦੀ ਹੈ, ਉਹਨਾਂ ਨੂੰ ਜਦੋਂ ਕਲਮਬੱਧ ਕੀਤਾ ਜਾਂਦਾ ਹੈ, ਜਦੋਂ ਕਾਪੀ 'ਤੇ ਲਿਖਿਆ ਜਾਂਦਾ ਹੈ, ਤਾਂ ਬਿਸਮਿਕ ਚਿੰਨ੍ਹ ਬੋਲਣ ਤੋਂ ਪਹਿਲਾਂ ਓਏ ਬਿਸਮਿਕ ਚਿੰਨ੍ਹ ਲੱਗ ਗਿਆ, ਮੁੰਡਿਆ ਸੰਭਾਲ ਕੇ ਗੱਲ ਕਰੀ। ਭਾਵ ਕੋ ਮੁੰਡੇ ਵੱਲੋਂ ਕੋਈ ਇਹੋ ਜਿਹੀ ਬੇਤੁਕੀ ਗੱਲ ਕੀਤੀ ਗਈ ਜਿਸ ਬਾਰੇ ਮੂਹਰੇ ਸੁਣਨ ਵਾਲੇ ਬੰਦੇ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹੋ ਜਿਹੀ ਗੱਲ ਵੀ ਮੇਰੇ ਨਾਲ ਇਹ ਕਰ ਸਕਦਾ। ਫਿਰ ਹਾਏ, ਅਚਾਨਕ ਤੂੰ ਕਿੰਨਾ ਸੋਹਣਾ ਹੈ। ਭਾਵ ਹਾਏ ਜਦੋਂ ਕੋਈ ਬੰਦਾ ਸਾਹਮਣੇ ਆਇਆ ਔਰ ਜੋ ਦੇਖਿਆ ਗਿਆ, ਦੇਖਣ ਤੋਂ ਬਾਅਦ ਉਹਦੇ ਮਨ ਦੇ ਅੰਦਰੋਂ ਇੱਕੋ ਦਮ ਅਜਿਹੇ ਸ਼ਬਦ ਨਿਕਲਣੇ ਜਿਹੜੇ ਉਹਨੇ ਸੋਚੇ ਵੀ ਨਹੀਂ ਹੁੰਦੇ। ਜਾਂ ਫਿਰ ਦੂਜੀ ਗੱਲ ਆ ਗਈ ਆਪਣਾ ਸ਼ਾਬਾਸ਼ ਪੁੱਤਰਾ, ਕਮਾਲ ਕਰਤੀ। ਹੁਣ ਹੁਣ ਉਹ ਪੁੱਤਰ ਵੱਲੋਂ ਕੋਈ ਅਜਿਹਾ ਕੰਮ ਕਰਕੇ ਆਪਣੇ ਪਿਤਾ ਕੋਲ ਗਿਆ ਜਿਹਦੇ ਮੂੰਹ ਦੇ ਵਿੱਚ ਸੁਦੇ ਸਿੱਤ ਇਹੋ ਜਿਹੇ ਸ਼ਬਦ ਨਿਕਲੇ ਕਿ ਜਿਹੜੇ ਪੁੱਤਰ ਨੇ ਕਦੇ ਸੋਚੇ ਨਹੀਂ ਹੋਣੇ ਕਿ ਪਿਤਾ ਜੀ ਮੈਨੂੰ ਇੱਦਾਂ ਬੋਲਣਗੇ। ਇਹ ਸਾਰੇ ਜਿਹੜੇ ਇੱਦਾਂ ਦੇ ਜਿਹੜੇ ਸ਼ਬਦ ਨੇ ਜਦੋਂ ਇਹ ਸ਼ਬਦ ਬੋਲੇ ਜਾਂਦੇ ਨੇ, ਇਹ ਕੋਈ ਸੋਚ ਸਮਝ ਕੇ ਨਹੀਂ ਬੋਲੇ ਜਾਂਦੇ, ਇਹ ਸੁਤੇ ਸਿੱਤ ਅਚਾਨਕ ਮਨ ਦੇ ਵਿੱਚੋਂ ਨਿਕਲਦੇ ਨੇ। ਜਿਵੇਂ ਕੋਈ ਐਕਸੀਡੈਂਟ ਹੋ ਗਿਆ, ਬੰਦੇ ਦੀ ਮੌਤ ਹੋ ਗਈ, ਇੱਕ ਬੰਦਾ ਆਉਂਦਾ ਘਰੇ ਆ ਕੇ ਕਹਿੰਦਾ ਓਏ ਤੇਜਾ, ਉਹ ਕਹਿੰਦਾ ਉਹ ਤੇਜਾ ਸਿਮਰ ਹੈ, ਉਹ ਤਾਂ ਮੈਨੂੰ ਅਜੇ ਕੱਲ੍ਹ ਮਿਲਿਆ ਸੀ। ਜਦੋਂ ਹੈ ਸ਼ਬਦ ਆ ਗਿਆ, ਇੱਕੋ ਦਮ ਮਨ ਦੇ ਅੰਦਰ ਘਬਰਾਹਟ ਪੈਣਾ ਹੋਣੀ ਕਿ ਜਿਸ ਬਾਰੇ ਉਹਨੇ ਸੋਚਿਆ ਨਹੀਂ ਹੁੰਦਾ ਕਿ ਤੇਜਾ ਸੇ ਮਰ ਗਿਆ ਯਾਰ, ਮੈਂ ਤਾਂ ਉਹਨੂੰ ਕੱਲ੍ਹ ਮਿਲਿਆ ਸੀ। ਇੱਦਾਂ ਦੇ ਜਦੋਂ ਅਚਾਨਕ ਕੋਈ ਘਟਨਾ ਵਾਪਰਨੀ ਹੋਵੇ, ਘਟਨਾ ਵਾਪਰਦੀ ਹੈ, ਉਹਨਾਂ ਵਾਸਤੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨੂੰ ਬਿਸਮਿਕ ਸ਼ਬਦ ਕਿਹਾ ਜਾਂਦਾ ਹੈ। ਬਿਸਮਿਕ ਸ਼ਬਦ ਤੋਂ ਬਾਅਦ ਉਹ ਇੱਕ ਸਾਈਨ ਪਾਇਆ ਜਾਂਦਾ ਹੈ, ਫਿਰ ਅਗਲਾ ਸ਼ਬਦ ਬੋਲਿਆ ਜਾਂਦਾ ਹੈ। ਜਿਵੇਂ ਓਏ ਮੁੰਡਿਆ, ਮੂੰਹ ਸੰਭਾਲ ਕੇ ਗੱਲ ਕਰ। ਓਏ ਮੁੰਡਿਆ, ਦੇਖੋ ਓਏ ਮੁੰਡੇ ਤੋਂ ਬਾਅਦ ਬਿਸਮਿਕ ਚਿੰਨ੍ਹ ਪਾ ਗਿਆ, ਕੀ ਕਰ, ਮੂੰਹ ਸੰਭਾਲ ਕੇ ਗੱਲ ਕਰ। ਫਿਰ ਕਹਿੰਦਾ ਵਾਹ ਵਾਹ, ਵਾਹ ਬਈ ਵਾਹ, ਤੇਰੀ ਮਿਹਨਤ ਰੰਗ ਲਿਆਈ। ਉਹਨੇ ਆਪਣੇ ਨੰਬਰ ਜਦੋਂ ਦੱਸੇ ਜਾ ਕੇ ਸ਼ੀਟ ਮੂਹਰੇ ਰੱਖੀ, ਸ਼ੀਟ ਨੂੰ ਦੇਖਦਿਆਂ ਹੋਇਆਂ ਉਸ ਟੀਚਰ ਦੇ ਮੂੰਹ ਦੇ ਵਿੱਚੋਂ ਜਾਂ ਉਸ ਪਿਤਾ ਦੇ ਮੂੰਹ ਦੇ ਵਿੱਚੋਂ ਜਾਂ ਉਸ ਮਾਂ ਦੇ ਮੂੰਹ ਦੇ ਵਿੱਚੋਂ ਜਾਂ ਉਸ ਭਰਾ ਦੇ ਮੂੰਹ ਦੇ ਵਿੱਚੋਂ ਸੁਦੇਸੀ ਸ਼ਬਦ ਨਿਕਲੇ ਕਿ ਵਾਹ ਵੀ ਵਾਹ, ਕਮਾਲ ਕਰਤੀ ਤੈਨੇ ਤਾਂ। ਭਾਵ ਕਿ ਉਹ ਜਦੋਂ ਉਹਦੀ ਪਹਿਲਾਂ ਦੀ ਆਊਟਪੁੱਟ ਸੀ ਉਹ ਇੰਨੀ ਕੁ ਮਾੜੀ ਸੀ ਕਿ ਉਹਨਾਂ ਨੂੰ ਉਹ ਆਊਟਪੁੱਟ ਦੇਖ ਕੇ ਇੱਕਦਮ ਅਚੰਭਾ ਲੱਗਿਆ ਅਤੇ ਉਹਨਾਂ ਨੇ ਮੂੰਹ ਦੇ ਵਿੱਚੋਂ ਨਿਕਲਿਆ ਸ਼ਾਬਾਸ਼ ਪੁੱਤਰਾ, ਤੈਨੇ ਬਹੁਤ ਸੋਹਣਾ ਕੰਮ ਕੀਤਾ। ਇਸ ਪ੍ਰਕਾਰ ਜਿਹੜੇ ਸਾਡੇ ਬਿਸਮਿਕ ਨੇ, ਇਹ ਸਾਡੇ ਜਿਹੜੇ ਬਿਸਮਿਕ ਚਿੰਨ੍ਹ ਨੇ, ਜਿਹੜੇ ਸੰਬੋਧਨੀ ਸ਼ਬਦ ਨੇ, ਕਿਸਮਾਂ ਨੇ ਬਿਸਮਿਕ ਦੀਆਂ, ਇਹ 9 ਪ੍ਰਕਾਰ ਦੀਆਂ ਨੇ। ਸਭ ਤੋਂ ਪਹਿਲੀ ਹੈਗੀ ਸੰਬੋਧਨੀ ਵਾਚਕ, ਦੂਜਾ ਹੈਗਾ ਪ੍ਰਸ਼ੰਸਾ ਵਾਚਕ, ਤੀਜਾ ਹੈਗਾ ਸ਼ੋਕ ਵਾਚਕ, ਚੌਥਾ ਹੈਗਾ ਫਟਕਾਰ ਵਾਚਕ, ਪੰਜਵਾਂ ਹੈਗਾ ਹੈਰਾਨੀ ਵਾਚਕ, ਛੇਵਾਂ ਹੈਗਾ ਸਤਿਕਾਰ ਵਾਚਕ, ਸੱਤਵਾਂ ਹੈਗਾ ਅਸੀਸ ਵਾਚਕ,
8ਵਾਂ ਹੈਗਾ ਇੱਛਾਵਾਚਕ ਤੇ 9ਵਾਂ ਹੈਗਾ ਸੂਚਨਾਵਾਚਕ ਬਿਸਮਿਕ। ਇਹ 9 ਪ੍ਰਕਾਰ ਦੀ ਸਾਡੇ ਮਨ ਦੇ ਅੰਦਰ ਸੁਧੇ ਸਿੱਧ ਗੱਲ ਨਿਕਲਦੀ ਹੈ, ਜਿਹੜੀ ਕਿ ਅਸੀਂ ਸੋਚ ਸਮਝ ਕੇ ਵੀ ਨਹੀਂ ਬੋਲਦੇ, ਬਿਨਾਂ ਸੋਚਿਆ ਮਨ ਦੇ ਅੰਦਰੋਂ ਗੱਲ ਨਿਕਲਦੀ ਹੈ। ਜਿਵੇਂ ਪਹਿਲੇ ਗੱਲ ਕਰਦੀ ਸੰਬੋਧਨ। ਸੰਬੋਧਨ ਦਾ ਮਤਲਬ ਕੀ ਹੈ? ਕਿਸੇ ਨੂੰ ਬੋਲਣਾ, ਕਿਸੇ ਨੂੰ ਸੰਬੋਧਨ ਕਰਨਾ, ਕਿਸੇ ਨੂੰ ਕਹਿਣਾ। ਇਹੋ ਜਿਹੇ ਸ਼ਬਦ ਜਿਹੜੇ ਨੇ ਓਏ, ਵੇ, ਅੜਿਆ, ਨੀ, ਅੜੀਏ, ਸੰਬੋਧਨ ਹੋ ਗਿਆ। ਹੁਣ ਕਿਹਾ ਬੇ ਬੀਬਾ ਚੁੱਪ ਕਰ, ਕੋਈ ਰੌਲਾ ਪੈ ਰਿਹਾ, ਇੱਕ ਸੰਬੋਧਨ ਕੀਤਾ, ਉਹਨੂੰ ਇਸ਼ਾਰਾ ਕੀਤਾ ਕਿ ਉਹਨੇ ਸੋਚਿਆ ਨਹੀਂ ਸੀ ਕਿ ਇਹ ਕਲਾਸ 'ਚ ਜਾਂਦੇ ਰੌਲਾ ਪੈ ਰਿਹਾ। ਟੀਚਰ ਨੇ ਮੁੜ ਕਹਿੰਦਾ ਬੀਬਾ ਚੁੱਪ ਕਰ, ਤੂੰ ਓਏ ਕਿੱਧਰ ਚੱਲੇ ਐ? ਭਾ ਓਏ ਕਿੱਧਰ ਚੱਲੇ ਐ? ਸੰਬੋਧਨ ਕੀਤਾ, ਤੁਰਨ ਲੱਗਿਆ, ਉਹਨੂੰ ਉਸੇ ਵੇਲੇ ਰੋਕ ਲਿਆ ਅਤੇ ਕਹਿਤਾ ਕਿੱਧਰ ਚੱਲੇ ਆ। ਦੂਸਰਾ ਆ ਗਿਆ ਸਾਡਾ ਪ੍ਰਸ਼ੰਸਾਵਾਚਕ। ਪ੍ਰਸ਼ੰਸਾ ਦਾ ਮਤਲਬ ਹੁੰਦਾ ਖੁਸ਼ੀ। ਜਦੋਂ ਸ਼ਬਦ ਕਿ ਜਿਹੜੇ ਬਿਸਮਿਕ ਸ਼ਬਦ ਨੇ ਕਿਸੇ ਖੁਸ਼ੀ ਦੀ ਲਹਿਰ ਵਿੱਚ ਵਰਤੇ ਜਾਣ, ਖੁਸ਼ੀ ਦੇ ਤੌਰ 'ਤੇ ਮੁਖਾਰ ਵਿੱਚੋਂ ਨਿਕਲਣ, ਉਹਨੂੰ ਪ੍ਰਸ਼ੰਸਾਵਾਚਕ ਜਿਹੜਾ ਬਿਸਮਿਕ ਕਿਹਾ ਜਾਂਦਾ ਹੈ। ਜਿਵੇਂ ਵਾਹ ਵਾਹ, ਬੱਲੇ ਬੱਲੇ, ਸ਼ਾਬਾਸ਼, ਅਸ਼ਕੇ। ਹੁਣ ਤੁਸੀਂ ਬਾਤ ਦੇਖੋ ਇਹਦਾ, ਅਸ਼ਕੇ ਤੇਰੇ ਸਦਕੇ ਜਾਈਏ, ਪ੍ਰਸ਼ੰਸਾ। ਵਾਹ ਵਾਹ, ਕਿੰਨਾ ਸੋਹਣਾ ਡਾਂਸ ਕੀਤਾ, ਕਿੰਨਾ ਸੋਹਣਾ ਭੰਗੜਾ ਪਾਇਆ, ਪ੍ਰਸ਼ੰਸਾ ਕਰੀ। ਬਈ ਵਾਹ, ਕਮਾਲ ਕਰਤੀ, ਤਾਂ ਬੜਾ ਸੋਹਣਾ ਗੀਤ ਗਾਇਆ। ਪ੍ਰਸ਼ੰਸਾ ਕਰਨੀ ਕਿਸੇ ਚੀਜ਼ ਦੀ, ਪ੍ਰਸ਼ੰਸਾ ਦੇ ਵਿੱਚ। ਜਿਵੇਂ ਸ਼ਾਬਾਸ਼ ਪੁੱਤਰਾ, ਤੇਰੀ ਮਿਹਨਤ ਰੰਗ ਲਿਆਈ। ਭਾਵ ਉਹਨੂੰ ਕਿਹਾ ਗਿਆ ਪੁੱਤਰ ਜੇ ਤੂੰ ਮਿਹਨਤ ਕੀਤੀ ਸੀ ਤਾਂ ਤੂੰ ਪਾਸ ਹੋ ਗਿਆ। ਉਹਨੂੰ ਹੋਰ ਪ੍ਰਫੁੱਲਿਤ ਕਰਨਾ, ਉਹਦੀ ਪ੍ਰਸ਼ੰਸਾ ਕਰਕੇ ਉਹਨੂੰ ਹੋਰ ਗਿਆਨ ਦੇਣਾ। ਫਿਰ ਉਸ ਤੋਂ ਬਾਅਦ ਆ ਗਿਆ ਸਾਡਾ ਸ਼ੋਕ। ਸ਼ੋਕ ਦਾ ਮਤਲਬ ਹੁੰਦਾ ਗਮੀ। ਸਾਨੂੰ ਕੋਈ ਅਜਿਹੀ ਘਟਨਾ ਵਾਪਰੇ, ਅਜਿਹੀ ਗੱਲ ਟੱਕਰੇ, ਅਜਿਹੇ ਸ਼ਬਦ ਨਿਕਲਣ ਜਿਹਦੇ ਨਾਲ ਸਾਡੇ ਗਮੀ ਦਾ ਜ਼ਹਾਰ ਹੋ ਸਕੇ। ਜਿਵੇਂ ਹਾਏ, ਅਫਸੋਸ, ਉਫ, ਉਈ। ਉਸ ਤੋਂ ਬਾਅਦ ਹੈਗਾ ਹਾਏ ਤੋਬਾ। ਹੁਣ ਅਚਾਨਕ ਗੱਲ, ਕੋਈ ਬੰਦਾ ਆਇਆ, ਉਹਨੇ ਗੱਲ ਸੁਣਾਈ, ਉਹਦਾ ਪਤੀ ਮਰ ਗਿਆ। ਓਹੋ, ਬੜਾ ਅਫਸੋਸ, ਉਸਦਾ ਪਤੀ ਮਰ ਗਿਆ। ਹਾਏ, ਇਹ ਚੰਗਾ ਨਹੀਂ ਹੋਇਆ। ਤਾਂ ਜਦੋਂ ਗਮੀ ਦੀ ਗੱਲ ਆ ਜਾਂਦੀ ਹੈ, ਸ਼ੋਕਵਾਚਕ ਜਦੋਂ ਸ਼ਬਦ ਵਰਤੇ ਜਾਂਦੇ ਨੇ। ਅੱਛਾ, ਇਹ ਮੈਂ ਬਾਰ-ਬਾਰ ਇੱਥੇ ਤੁਹਾਨੂੰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ, ਇਹ ਸੋਚ ਸਮਝ ਕੇ ਬੋਲੇ ਜਾਣ ਵਾਲੇ ਸ਼ਬਦ ਨਹੀਂ ਹੈਗੇ। ਅਚਾਨਕ ਕੋਈ ਘਟਨਾ ਵਾਪਰਦੀ ਹੈ, ਸੁਧੇ ਸੀ ਤੁਹਾਡੇ ਮਨ ਦੇ ਅੰਦਰੋਂ ਨਿਕਲਦੇ ਨੇ, ਇਸ ਕਰਕੇ ਇਹਨਾਂ ਨੂੰ ਬਿਸਮਿਕ ਕਿਹਾ ਜਾਂਦਾ। ਜੇ ਸੋਚ ਸਮਝ ਕੇ ਬੋਲੇ ਜਾਣ ਤਾਂ ਬਿਸਮਿਕ ਦੀ ਕੈਟਾਗਰੀ ਵਿੱਚ ਨਹੀਂ ਆਉਂਦੇ। ਇਹ ਹੈਰਾਨ ਕਰਦੇ ਨੇ, ਇੱਕੋਦਮ ਹੈਰਾਨੀ ਹੁੰਦੀ ਹੈ, ਇੱਕੋਦਮ ਗਮੀ ਆਉਂਦੀ ਹੈ, ਇੱਕੋਦਮ ਖੁਸ਼ੀ ਵਾਲੀ, ਗਮੀ ਵਾਲੇ, ਪ੍ਰਸ਼ੰਸਾ ਸੰਬੰਧੀ ਜਿਹੜੇ ਸ਼ਬਦ ਆਉਂਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਇਹ ਇਸ ਬਿਸਮਿਕ 'ਚ। ਫਿਰ ਹੈਗਾ ਫਟਕਾਰ। ਕਿਸੇ ਨੂੰ ਫਟਕਾਰਨਾ, ਲਾਹਨਤ ਪਾਉਣੀ, ਫਿੱਟੇ ਮੂੰਹ ਤੇਰੇ, ਤੂੰ ਇਹ ਕੰਮ ਕੀਤਾ, ਫਟਕਾਰਨਾ। ਜਿਹਦੇ ਵਿੱਚ ਆ ਗਿਆ ਫਿੱਟੇ ਮੂੰਹ, ਦੂਰ ਕਿੱਥੇ ਮੂੰਹ, ਲੱਖ ਲਾਹਨਤ, ਦਫਾ ਹੋ। ਹੁਣ ਜਿਵੇਂ ਕੀ ਆ ਗਿਆ, ਦਫਾ ਹੋ, ਮੇਰੇ ਮੱਥੇ ਨਾਲ ਆ ਗਈ। ਉਹਨੇ ਕੋਈ ਇਹੋ ਜਿਹਾ ਕੰਮ ਕੀਤਾ, ਘਰ ਦੇ ਅੰਦਰ ਲੜਾਈ ਹੋਈ ਜਾਂ ਕੋਈ ਇੱਦਾਂ ਦੀ ਕੈਟਾਗਰੀ ਕਰਤੀ, ਗੁੱਸੇ ਵਿੱਚ ਫਾਦਰ ਫਟਕਾਰ ਮਾਰਤੀ, ਫਿੱਟੇ ਮੂੰਹ ਤੇਰੇ, ਜਾਂ ਦਫਾ ਹੋ, ਨਿਕਲ ਜਾ ਇੱਥੋਂ ਮੇਰੇ ਕੋਲੋਂ, ਮੇਰੇ ਸਾਹਮਣੇ ਨਾ ਆਈ। ਤਾਂ ਉਹਨੇ ਸੋਚ ਸਮਝ ਕੇ ਫਟਕਾਰ ਮਾਰੀ। ਉਹਨੇ ਕੋਈ ਇਹੋ ਜਿਹਾ ਕਰਮ ਕੀਤਾ ਜਿਸ ਕਰਕੇ ਉਹਨੂੰ ਫਟਕਾਰ ਪੜੇ। ਦੂਜੀ, ਦਫਾ ਹੋ, ਫਿੱਟੇ ਮੂੰਹ, ਤੇਰੇ ਵਰਗਾ ਮੈਂ ਦੇਖਿਆ ਹੀ ਨਹੀਂ। ਫਿਰ ਅਗਲਾ ਆ ਗਿਆ ਸਾਡਾ ਹੈਰਾਨੀ। ਹੈਰਾਨੀ ਭਾਵ ਕੋਈ ਚੀਜ਼ ਹੈ ਜੀ ਜਿਹਨੂੰ ਸੁਣ ਕੇ ਹੈਰਾਨੀ ਹੋਣੀ ਹੈ। ਅੱਛਾ, ਉਸਨੇ ਆਤਮ ਹੱਤਿਆ ਕਰ ਲਈ ਹੈ, ਉਹਨੇ ਛਾਲ ਮਾਰੀ ਹੈ, ਉਹ ਬੱਸ ਥੱਲੇ ਆ ਗਿਆ। ਪਾਪ, ਜਿਹੜੀ ਚੀਜ਼ ਅਸੀਂ ਬੰਦੇ ਐਕਸਪੈਕਟ ਹੀ ਨਾ ਕਰ ਸਕੀਏ, ਸੋਚ ਨਾ ਸਕੀਏ, ਉਹ ਬੰਦਾ ਇਹ ਕੰਮ ਕਰ ਸਕਦਾ। ਅਚੰਭਾ ਹੋਣਾ, ਹੈਰਾਨੀ ਵਾਲੀ ਗੱਲ ਕਰਨੀ। ਜਿਵੇਂ ਦੇਖੋ ਮੈਂ ਗੱਲ ਕੀਤੀ ਹੈ, ਉਹਨੇ ਆਤਮ ਹੱਤਿਆ ਕਰ ਲਈ, ਕਮਾਲ ਹੋ ਗਈ ਯਾਰ, ਉਹਨੇ ਆਤਮ ਹੱਤਿਆ ਕਰ ਲਈ। ਮਤਲਬ ਕਿ ਉਹਨੂੰ ਗਿਆਨ ਨਹੀਂ ਸੀ, ਉਹ ਕਿਵੇਂ ਬੱਸ ਥੱਲੇ ਆ ਗਿਆ। ਭਾਵੇਂ ਜਾਣ ਕੇ ਬੱਸ ਥੱਲੇ ਆਇਆ। ਮੈਂ ਤਾਂ ਇੱਦਾਂ ਦੀ ਗੱਲ ਸੋਚ ਵੀ ਨਹੀਂ ਸਕਦਾ। ਇਹੋ ਜਿਹੇ ਵਾਚਕਾਂ ਨੂੰ ਅਸੀਂ ਹੈਰਾਨੀ ਵਾਚਕ ਬਿਸਮਿਕ ਕਹਿੰਦੇ ਹਾਂ। ਫਿਰ ਸਤਿਕਾਰ, ਆਓ ਜੀ, ਜੀ ਆਇਆਂ ਨੂੰ, ਸਦਕੇ ਜਾਈਏ, ਧੰਨ ਭਾਗ, ਜਿਹੜੇ ਇਹੋ ਜਿਹੇ ਸ਼ਬਦ। ਕੋਈ ਅਚਾਨਕ ਬੰਦਾ ਤੁਹਾਡੇ ਕੋਲ ਆ ਜੇ, ਤੁਸੀਂ ਬੁਲਾਇਆ ਨਹੀਂ, ਬਿਨ ਬੁਲਾਏ ਤੁਹਾਡੇ ਕੋਲ ਬੰਦਾ ਆ ਜੇ, ਔਰ ਤੁਸੀਂ ਉਹਨੂੰ ਦੇਖ ਕੇ ਸਤਿਕਾਰ ਦੇਣਾ। ਆਓ ਜੀ, ਧੰਨ ਭਾਗ, ਬੈਠੋ, ਆਓ ਸਰ, ਆਓ ਸਰ, ਕੀੜੀ ਦੇ ਘਰ ਨਾਰਾਇਣ, ਭਾਵ ਉਹਨੂੰ ਸਤਿਕਾਰ ਦੇਣਾ। ਸਤਿਕਾਰ ਵਜੋਂ ਸ਼ਬਦ ਵਰਤਣੇ। ਧੰਨ ਭਾਗ ਸਾਡੇ, ਤੁਸੀਂ ਸਾਡੇ ਘਰ ਆਏ, ਇਸ ਤਰ੍ਹਾਂ ਦੇ ਸ਼ਬਦਾਂ ਨੂੰ ਸਤਿਕਾਰਵਾਚਕ ਬਿਸਮਿਕ ਵਜੋਂ ਵਰਤਿਆ ਜਾਂਦਾ ਹੈ। ਫਿਰ ਆ ਗਿਆ ਅਸੀਸ। ਅਸੀਸ ਭਾਵ ਕਿਸੇ ਨੂੰ ਸਿੱਸਾ ਦੇਣੀਆਂ, ਭਲਾ ਹੋਵੇ, ਰੱਬ ਭਲਾ ਕਰੇ, ਬੁੱਢ ਸੁਹਾਗਣ ਹੋਵੇ, ਭਾਵ ਜਵਾਨੀਆਂ ਮਾਣੋ, ਜਿਉਂਦੇ ਰਹੋ। ਤਾਂ
ਇੱਦਾਂ ਦੇ ਜਦੋਂ ਵਰਤੇ ਜਾਂਦੇ ਨੇ ਅਸੀਸ ਹੁੰਦੀ ਹੈ ਭਲਾ ਹੋਵੇ ਤੇਰਾ, ਤੇ ਇਹਨੇ ਵਾਕਈ ਉਸ ਦਾ ਬਹੁਤ ਵਧੀਆ ਕੰਮ ਕੀਤਾ ਹੈ, ਉਹਨੂੰ ਅਸੀਸ ਦਿੱਤੀ ਭਲਾ ਹੋਵੇ ਤੇਰਾ, ਤੈਨੇ ਭੁੱਖੇ ਮੰਗਤੇ ਨੂੰ ਰੋਟੀ ਖਵਾਈ, ਤੈਨੂੰ ਕਿੰਨਾ ਸਿੱਸਾ ਦਊਗਾ। ਫਿਰ ਆ ਗਿਆ ਜਵਾਨੀਆਂ ਮਾਣੋ ਜਿਉਂਦੇ ਰਹੋ ਜੁਗ ਜੁਗ ਜੀਓ, ਭਾਵ ਜਦੋਂ ਅਸੀਂ ਕਿਸੇ ਨੂੰ ਚੰਨ ਬੰਨਣਾ ਕਹਿੰਦੇ ਹਾਂ ਜਵਾਨੀਆਂ ਮਾਣੋ, ਅਚਾਨਕ ਮੂੰਹ ਵਿੱਚੋਂ ਨਿਕਲੇ ਹੋਈ ਅਸੀਸ। ਫਿਰ ਆ ਗਿਆ ਇੱਛਾ, ਜੋ ਅਸੀਂ ਕਿਸੇ ਨੂੰ ਆਪਣੀ ਕਾਸ਼ ਆ ਗਿਆ, ਜੇ ਹਾਏ ਇੱਦਾਂ ਦੇ ਸ਼ਬਦ ਹੁੰਦੇ ਨੇ ਇੱਛਾਵਾਚਕ। ਕਾਸ਼ ਮੈਂ ਅਮੀਰ ਹੁੰਦਾ, ਕਾਸ਼ ਤੂੰ ਇਹ ਕਲਾਸ ਪਾਸ ਕਰ ਲੈਂਦਾ, ਹਾਏ ਜੇ ਤੂੰ ਇਹ ਕਰ ਲੈਂਦਾ ਤਾਂ ਇੱਦਾਂ ਹੋ ਜਾਂਦਾ। ਇਸ ਪ੍ਰਕਾਰ ਜਦੋਂ ਕੋਈ ਆਪਣੀ ਇੱਛਾ ਪ੍ਰਗਟ ਕੀਤੀ ਜਾਂਦੀ ਹੈ, ਉਹ ਵੀ ਇੱਛਾ ਕੀ ਹੈ, ਜਦੋਂ ਕਿਸੇ ਦੂਜੇ ਬੰਦੇ ਨੂੰ ਦੇਖਦਾ, ਮੰਨ ਲਓ ਕੋਈ ਬੰਦਾ ਗੱਡੀ ਲਿਆਇਆ, ਨਵੀਂ ਕਾਰ ਲਿਆਇਆ, ਉਹ ਕਾਰ ਨੂੰ ਦੇਖ ਕੇ ਸਾਡੀ ਇੱਛਾ ਵੀ ਪ੍ਰਗਟ ਹੋਈ ਕਿ ਕਾਸ਼ ਇਹ ਕਾਰ ਮੇਰੇ ਕੋਲੇ ਹੁੰਦੀ, ਜਾਂ ਕਾਸ਼ ਇਹ ਮੋਟਰਸਾਈਕਲ ਮੇਰੇ ਕੋਲੇ ਹੁੰਦਾ। ਇਸ ਪ੍ਰਕਾਰ ਇੱਛਾਵਾਚਕ। ਫਿਰ ਆ ਗਿਆ ਸੂਚਨਾ, ਕਿਸੇ ਨੂੰ ਸੂਚਨਾ ਦੇਣੀ, ਸੂਚਨਾਵਾਚਕ ਉਹਨੂੰ ਕਹਿੰਦੇ ਨੇ, ਜਿਵੇਂ ਠਹਿਰੋ, ਰੁਕੋ, ਸੁਣੋ ਜੀ, ਵੇਖੋ ਜੀ, ਠਹਿਰੋ ਏ, ਕੋਈ ਬੰਦਾ ਜਾ ਰਿਹਾ ਤੁਹਾਨੂੰ ਬਿਨਾਂ ਪੁੱਛੇ ਜਾ ਰਿਹਾ, ਤੁਸੀਂ ਉਸ ਨੂੰ ਰੋਕਣਾ, ਸੂਚਨਾ ਦੀ, ਠਹਿਰੋ ਮੇਰਾ ਕੰਮ ਕਰਕੇ ਜਾਈ, ਭਾਵ ਰੋਕੋ, ਉਸ ਨੂੰ ਰੋਕੋ, ਉਹਨੂੰ ਜਾਣ ਨਹੀਂ ਦੇਣਾ। ਫਿਰ ਸੁਣੋ ਜੀ, ਸੂਚਨਾ, ਸੁਣੋ ਜੀ ਤੁਸੀਂ ਬਾਜ਼ਾਰ ਚੱਲੇ ਹੋ ਨਾ, ਐਂ ਕਰੋ ਬਾਜ਼ਾਰ ਵਿੱਚੋਂ ਆਹ ਸਮਾਨ ਲਿਆਇਓ। ਜਿਹੜਾ ਬੰਦਾ ਬਾਜ਼ਾਰ ਜਾ ਰਿਹਾ ਹੈ ਉਹਨੂੰ ਦੂਜੇ ਬੰਦੇ ਨੇ ਸੂਚਨਾ ਦਿੱਤੀ ਹੈ, ਉਹਨੇ ਸੋਚੀ ਨਹੀਂ ਹੁੰਦਾ ਕਿ ਮੈਨੂੰ ਇਹ ਸੂਚਨਾ ਦੇ ਰਿਹਾ, ਉਹਨੇ ਕਿਹਾ ਸੁਣੋ ਜੀ, ਹਾਂ ਦੱਸ, ਐਂ ਕਰੋ ਜੀ ਆਹ ਬਾਜ਼ਾਰ 'ਚੋਂ ਆਹ ਸਮਾਨ ਪਰਚੀ ਲੈ ਜਾਓ, ਸਮਾਨ ਲਿਆਇਓ। ਫਿਰ ਵੇਖੀ ਜਾਓ, ਪਰ ਜਿਸ ਵਾਕਾਂ ਦੇ ਅੰਦਰ ਸੂਚਨਾ ਦਾ ਪ੍ਰਤੀਕਰਮ ਹੋਵੇ। ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਜਿਹੜੇ ਬਿਸਮਿਕ ਸ਼ਬਦ ਨੇ, ਇਹ ਸੁਤੇ ਸਿੱਤ ਮੂੰਹ ਵਿੱਚੋਂ ਨਿਕਲਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਮਨ ਦੇ ਅੰਦਰ ਧਾਰ ਕੇ ਨਹੀਂ ਬੋਲੇ ਜਾਂਦੇ। ਇਹ ਸ਼ਬਦ ਉਹ ਸ਼ਬਦ ਨੇ ਜਿਨ੍ਹਾਂ ਨੂੰ ਖੁਸ਼ੀ, ਗਮੀ, ਹੈਰਾਨੀ, ਭੈ ਅਤੇ ਪ੍ਰਸ਼ੰਸਾ ਦੇ ਤੌਰ 'ਤੇ ਜਿਹੜੇ ਸੁੱਧ ਸਿੱਧ ਮਨ ਦੇ ਅੰਦਰੋਂ ਨਿਕਲਦੇ ਨੇ, ਉਹਨਾਂ ਨੂੰ ਬਿਸਮਿਕ ਸ਼ਬਦ ਕਿਹਾ ਜਾਂਦਾ ਹੈ। ਇਹ ਸਾਡੇ 9 ਪ੍ਰਕਾਰ ਦੇ ਹੁੰਦੇ ਨੇ। ਸੰਬੋਧਨੀ ਬਿਸਮਿਕ ਹੋ ਗਿਆ, ਪ੍ਰਸ਼ੰਸਾ ਬਿਸਮਿਕ ਹੋ ਗਿਆ, ਸ਼ੋਕਵਾਚਕ ਹੋ ਗਿਆ, ਫਟਕਾਰਵਾਚਕ ਹੋ ਗਿਆ, ਹੈਰਾਨੀਵਾਚਕ ਹੋ ਗਿਆ, ਸਤਿਕਾਰਵਾਚਕ ਹੋ ਗਿਆ, ਅਸੀਸਵਾਚਕ ਹੋ ਗਿਆ, ਇੱਛਾਵਾਚਕ ਹੋ ਗਿਆ ਅਤੇ ਸੂਚਨਾਵਾਚਕ। ਇਹ ਸਾਰੇ ਜਦੋਂ ਅਸੀਂ ਕੋਈ ਲੇਖ ਦੇ ਅੰਦਰ ਦੇਖਦੇ ਹਾਂ, ਇਹ ਆਮ ਤੌਰ 'ਤੇ ਜਿਹੜੇ ਸ਼ਬਦ ਨੇ ਇਹ ਵਾਰਤਾਲਾਪ ਵਿੱਚ ਆਉਂਦੇ ਨੇ। ਇਹ ਵਿਸ਼ੇਸ਼ ਲੇਖਾਂ 'ਚ ਨਹੀਂ ਆਉਂਦੇ। ਲੇਖ ਸਿੰਪਲ ਹੈ, ਜਦੋਂ ਕੋਈ ਆਪਸੀ ਵਾਰਤਾਲਾਪ ਹੁੰਦੀ ਹੈ, ਕੋਈ ਨਾਟਕ ਖੇਡਿਆ ਜਾਂਦਾ ਹੈ ਉਹਦੇ ਵਿੱਚ, ਜਾਂ ਕੋਈ ਕਾਂਗੀ ਹੈ ਉਹਦੇ ਅੰਦਰ, ਜਾਂ ਨਾਵਲ ਹੈ ਜਾਂ ਕਹਾਣੀ ਹੈ ਉਹਦੇ ਅੰਦਰ, ਜਿਹੜੇ ਪਾਤਰਾਂ ਦੁਆਰਾ ਜਿਹੜੀ ਕੋਈ ਵਾਰਤਾਲਾਪ ਕੀਤੀ ਜਾਂਦੀ ਹੈ, ਉਹਦੇ ਅੰਦਰ ਇੱਦਾਂ ਦੇ ਜਿਹੜੇ ਸ਼ਬਦ ਹੁੰਦੇ ਨੇ ਜਿਹਨੂੰ ਅਸੀਂ ਬਿਸਮਿਕ ਸ਼ਬਦ ਕਹਿੰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਜੋ ਤੁਹਾਨੂੰ ਬਿਸਮਿਕ ਜਿਹੜੇ ਸੰਬੋਧਨੀ ਨੇ ਸ਼ਬਦ ਨੇ, ਇਹਨਾਂ ਬਾਰੇ ਪੂਰਨ ਤੌਰ 'ਤੇ ਪਤਾ ਲੱਗ ਸਕੇ ਕਿ ਕਿਹੜਾ ਸ਼ਬਦ ਕਿੱਥੇ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ। ਤੁਹਾਨੂੰ ਪ੍ਰਸ਼ੰਸਾਵਾਚਕ ਸੰਬੋਧਨੀ ਕਿਹੜੀ ਹੈ ਅਤੇ ਸੂਚਨਾਵਾਚਕ ਕਿਹੜਾ ਹੈ, ਅਤੇ ਹੈਰਾਨੀਵਾਚਕ ਕਿਹੜਾ ਹੈ, ਅਤੇ ਸਤਿਕਾਰਵਾਚਕ ਕਿਹੜਾ ਹੈ, ਅਤੇ ਫਟਕਾਰਵਾਚਕ ਕਿਹੜਾ ਹੈ। ਵੱਖਰੇ ਵੱਖਰੇ ਜਿਹੜੇ ਸੰਬੋਧਨੀ ਨੇ ਇਹ ਤੁਹਾਨੂੰ ਉਹ ਜਦੋਂ ਤੁਸੀਂ ਦੇਖੋਗੇ ਕਿ ਬੰਦਾ ਫਟਕਾਰ ਮਾਰ ਰਿਹਾ, ਕਿ ਇਹਨੂੰ ਸੰਬੋਧਨ ਕਰ ਰਿਹਾ, ਕਿ ਇਹਦੀ ਪ੍ਰਸ਼ੰਸਾ ਕਰ ਰਿਹਾ, ਕਿ ਇਹਦਾ ਸਤਿਕਾਰ ਕਰ ਰਿਹਾ, ਕਿ ਇਹਨੂੰ ਸੂਚਨਾ ਦੇ ਰਿਹਾ, ਇਹ ਸਾਨੂੰ ਵੱਖਰੇ ਵੱਖਰੇ ਜਦੋਂ ਅਸੀਂ ਸ਼ਬਦ ਦੇਖਾਂਗੇ, ਜਦੋਂ ਵਾਰਤਾਲਾਪ ਨੂੰ ਪੜ੍ਹਾਂਗੇ, ਵਾਰਤਾਲਾਪ ਪੜ੍ਹਦੇ ਸਮੇਂ ਸਾਨੂੰ ਬਿਸਮਿਕ ਸ਼ਬਦਾਂ ਦਾ ਪਤਾ ਲੱਗੇਗਾ ਕਿ ਬਿਸਮਿਕ ਕੀ ਹੁੰਦੇ ਨੇ। ਇਹ ਜੋ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਨੂੰ ਬੜੇ ਧਿਆਨ ਨਾਲ 2-3 ਵਾਰ ਦੇਖੋ, ਇਹਨੂੰ ਸ਼ੇਅਰ ਵੀ ਕਰੋ ਅਤੇ ਅੱਗੇ ਇਹਨੂੰ ਸਬਸਕ੍ਰਾਈਬ ਵੀ ਕਰੋ। ਸਬਸਕ੍ਰਾਈਬ ਕਰਨ ਦਾ ਅਸੀਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿੰਦੇ ਹਾਂ ਕਿ ਜਿੰਨੀਆਂ ਵੀ ਅਸੀਂ ਵੀਡੀਓ ਬਣਾਵਾਂਗੇ ਤੁਹਾਡੇ ਕੋਲੇ ਆਟੋਮੈਟਿਕਲੀ ਪਹੁੰਚ ਜਾਣਗੀਆਂ। ਕੋਈ ਹੋ ਸਕਦਾ ਤੁਸੀਂ ਸ਼ੇਅਰ ਕਰ ਦਿਓ, ਸਬਸਕ੍ਰਾਈਬ ਨਹੀਂ ਕਰਦੇ, ਸਾਡੀ ਕੋਈ ਵੀਡੀਓ ਬਣਾਈ ਹੋਈ ਰਹਿ ਸਕਦੇ ਹੋ, ਕਿਉਂਕਿ ਵਿਆਕਰਨ ਦਾ ਪਾਰਟ ਹੈ। ਵਿਆਕਰਨ ਹੈ ਇੱਕ ਲੈਸਨ ਦੂਜੇ ਲੈਸਨ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਇਸ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ ਕਹਿਣਾ